ਕੇਂਦਰ ਦੀ ਸਰਕਾਰ ਵੱਲੋਂ ਜੋ ਕਿ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕੀਤੇ ਗਏ ਨੇ ਉਸ ਦੇ ਵਿਰੋਧ ਦੇ ਵਿੱਚ ਜਿੱਥੇ ਕਿ ਪੰਜਾਬ ਭਰ ਦੇ ਕਿਸਾਨ ਦਿੱਲੀ ਧਰਨੇ ਤੇ ਬੈਠੇ ਹਨ, ਉੱਥੇ ਹੀ ਮਾਝੇ ਦੇ ਜਿਹੜੇ ਕਿ ਪੂਰਾ ਧਰਨਾ ਚਲਾ ਰਹੇ ਹਨ। ਪੰਦੇਰ ਸਾਹਿਬ ਸਾਡੇ ਨਾਲ ਇੱਥੇ ਨੈਸ਼ਨਲ ਹਾਈਵੇ ਖੰਨਾ ਦੇ ਉੱਪਰ ਖੜੇ ਹਨ, ਜੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਦਾ ਆਪਣਾ ਕਾਫਲਾ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਿਆ ਹਨ, ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਕੋਈ ਪੱਲਾ ਨਹੀਂ ਫੜਾ ਰਹੀ ਹੈਗੀ ਹੈ, ਉਹ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ। ਉਸ ਤੋਂ ਬਾਅਦ ਪੰਦੇਰ ਸਾਹਿਬ ਨੇ ਵੀ ਜਿਹੜਾ ਉੱਥੇ ਅੰਮ੍ਰਿਤਸਰ ਆਪਣਾ ਮੋਰਚਾ ਸੰਭਾਲਿਆ ਸੀ, ਉਹ ਛੱਡ ਕੇ ਆਪਣੀ ਵੱਡੀ ਗਿਣਤੀ ਦੇ ਵਿੱਚ 50,000 ਤੋਂ ਲੈ ਕੇ ਲੱਖ ਬੰਦੇ ਦੇ ਕਰੀਬ ਜਿਹੜੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਇਹ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ, ਜਿਨ੍ਹਾਂ ਦੇ ਕੋਲ 1000 ਤੋਂ ਵੱਧ ਜਿਹੜੀ ਟਰਾਲੀ ਇਹਨਾਂ ਦੇ ਨਾਲ ਚੱਲ ਰਹੀ ਹੈ। ਹੁਣ ਇਹ ਮੰਜੀ ਸਾਹਿਬ ਗੁਰਦੁਆਰੇ ਦੇ ਕੋਲ ਖੰਨਾ ਦੇ ਵਿੱਚ ਜੋ ਪੈਂਦਾ ਹੈ ਉੱਥੇ ਪਹੁੰਚ ਚੁੱਕੇ ਹਨ, ਤੇ ਬਾਕੀ ਇਹਨਾਂ ਦੇ ਮਾਝੇ ਦੇ ਦੁਆਬੇ ਦੇ ਨਾਲ ਕਈ ਹੋਰ ਜ਼ਿਲ੍ਹਿਆਂ ਤੋਂ ਵੀ ਇਲਾਕਿਆਂ ਤੋਂ ਇਹਨਾਂ ਨਾਲ ਬੰਦੇ ਨੇ। ਪੰਦੇਰ ਸਾਹਿਬ, ਜਿਹੜਾ ਅੱਜ ਦਾ ਤੁਹਾਡਾ ਇਕੱਠ ਹੈ, ਤੁਸੀਂ ਅੱਜ ਇੱਥੇ ਜਾ ਰਹੇ ਹੋ, ਕੀ ਕਹਿਣਾ ਚਾਹੋਗੇ ਜੀ? ਆ ਦੇਖੋ, ਜਦੋਂ ਸਾਨੂੰ ਲੱਗਦਾ ਜੋ ਜੋੜਪੁੱਟਾ ਸੀ ਵੀ ਸ਼ਾਇਦ ਹਜ਼ਾਰਾਂ ਦਾ ਕਾਫਲਾ ਹੋਵੇ, ਜਦੋਂ ਮੈਂ ਲੁਧਿਆਣੇ ਪਹੁੰਚਾ ਵਾਂ ਸਾਡੀ ਗੱਡੀ ਜਿਹੜੀ ਸੀ ਉਹ ਪਿੱਛੇ ਮੁੜੀ ਆ ਸੀ ਕਹਿ ਕਾਫਲਾ ਤੁਰ ਕੇ, ਉਹ ਜਦੋਂ ਬਿਆਸ ਪੁਲ ਤੇ ਬੈਠੀ ਉਹ ਕਹਿੰਦਾ ਵੀ ਹਜੇ ਵੀ ਕਾਫਲੇ ਤੁਰ ਰਹੇ ਆ, ਤੇ ਸਾਨੂੰ ਲੱਗਾ ਵੀ ਮਾਝੇ ਵਾਲੇ ਪਾਸੋਂ ਹੀ 1200-1300 ਵਹੀਕਲ ਆ ਗਏ ਆ। ਇਹ ਤੋਂ ਕਹਾਂ ਦੁਆਬੇ ਦਾ ਕਪੂਰਥਲਾ, ਜਲੰਧਰ, ਇਹ ਏਰੀਆ ਵੱਡੇ ਪੱਧਰ ਤੇ ਆਇਆ, ਅਜੇ ਬਾਕੀ ਡੱਕੇ ਸੀ। ਇਹ ਤੋਂ ਕਹਾਂ ਮਾਲਵੇ ਦਾ ਆਪਣਾ ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਇਹਦੇ ਨਾਲ ਹੋਰ ਇੱਕ ਜ਼ਿਲ੍ਹਾ, ਉਹ ਸਾਰੇ 4 ਜ਼ਿਲ੍ਹਿਆਂ ਦੇ ਬੰਦੇ, ਜਲੰਧਰ ਵੀ ਇੱਧਰ ਆ ਰਹੇ ਆ। ਤਾਂ ਹੁਣ ਮੈਂ ਪ੍ਰਧਾਨ ਜੀ ਨੂੰ ਪੁੱਛਿਆ, ਮੈਂ ਕਿਹਾ ਸਾਨੂੰ ਤਾਂ ਲੱਗਦਾ ਵੀ ਹਜ਼ਾਰਾਂ ਤੋਂ ਸਾਡਾ ਕਾਫਲਾ ਟੱਪ ਗਿਆ, ਉਹਦਾ ਇੱਧਰ ਵੀ ਆਏ ਆ। ਜੇ ਅਸੀਂ 2000 ਗੱਡੀਆਂ ਦਾ ਵੀ ਗਿਣਤੀ ਨਹੀਂ ਕਹਿ ਸਕਦੇ ਵੀ ਗਿਣਤੀ ਕੀ ਆ, ਐਗਜ਼ੈਕਟ ਵੀ ਕੀ ਗਿਣਤੀ ਆ। ਤੁਸੀਂ ਆਪ ਖੜੋ ਇੱਥੇ 2-3 ਘੰਟੇ, ਨਜ਼ਾਰਾ ਵੇਖੋ ਵੀ ਕਿਵੇਂ ਲੰਘਦੇ ਆ। ਹੁਣ ਤਾਂ ਖੜਾ ਕਰ ਰਹੇ ਵੀ ਕਿਵੇਂ ਇਕੱਠਾ ਕਰਕੇ ਕਿਵੇਂ ਕੱਢ ਕੇ ਤੈਨੂੰ ਅੱਗੇ ਲੈ ਚਲੇ, ਇਕੱਠਾ ਫੇਰ ਵੀ ਨਹੀਂ ਹੋਣਾ। ਅੱਜ ਮੈਂ ਫਗਵਾੜੇ ਦੇ ਲੱਗੇ ਆਪਦਾ ਸਭ ਤੋਂ ਅਖੀਰਲੀ ਟਰਾਲੀ ਤੋਂ ਕੁਛ ਪਿੱਛੇ ਸੰਦਾ, ਉਹ ਕਹਿੰਦਾ ਮੈਂ ਫਗਵਾੜੇ ਵਾਲੇ, ਠੀਕ ਹੈ ਜੀ। ਐਡਾ ਵੱਡਾ ਜਥਾ ਵਾ, ਤੇ ਇਹ ਹਜ਼ਾਰਾਂ ਦਾ, ਅਸੀਂ ਕਹਿੰਦੇ ਸੀ 50,000 ਕਿਸਾਨ ਮਜ਼ਦੂਰ ਜਾਣਗੇ, ਮੈਨੂੰ ਲੱਗਦਾ ਇਹ ਤੋਂ ਪਲੱਸ ਚੱਲ ਜਾਣਗੇ। ਹੁਣ ਇਹਨੂੰ ਲੱਖ ਦਾ ਵੀ ਕਹਿ ਲਈਏ ਤਾਂ ਕੋਈ ਹੱਥ ਖਤਮ ਹੀ ਨਹੀਂ ਹੋ ਸਕਦਾ। ਪੰਦੇਰ ਸਾਹਿਬ, ਤੁਹਾਨੂੰ ਅੰਮ੍ਰਿਤਸਰ ਛੱਡ ਕੇ ਉੱਥੇ ਦਿੱਲੀ ਜਾਣ ਲਈ ਜਾਣਾ ਪੈ ਰਿਹਾ, ਕੀ ਲੱਗਦਾ ਕੀ ਕਾਰਨ ਰਹੇ ਨੇ ਜਿਹੜਾ ਤੁਹਾਨੂੰ ਵੀ ਜਿਹੜਾ ਛੱਡ ਕੇ ਜਾਣਾ ਪੈ ਰਿਹਾ ਆਪਣਾ ਉਧਰਲੇ ਜਿਹੜਾ ਤੁਸੀਂ ਨਾਕੇ ਲਾਏ ਹੋਏ ਸੀ, ਧਰਨੇ ਪ੍ਰਦਰਸ਼ਨ ਕਰ ਰਹੇ ਸੀਗੇ, ਕੀ ਮਜਬੂਰੀ ਬਣੀ, ਕੀ ਸਰਕਾਰ ਨੇ ਜਿਹੜਾ ਫੈਸਲੇ ਨਹੀਂ ਲੈ ਰਹੀ ਤਾਂ ਕਰਕੇ ਜਾਣਾ ਪੈ ਰਿਹਾ, ਕੀ ਕਹਾਂਗੇ? ਆ ਦੇਖੋ, ਅਸੀਂ ਸਾਡਾ 27 ਤਰੀਕ ਨੂੰ ਕੁੰਡਲੀ ਬਾਰਡਰ ਤੇ ਜਥਾ ਰਵਾਨਾ ਹੋ ਗਿਆ ਸੀ, ਉਹ ਕੁੰਡਲੀ ਬਾਰਡਰ ਤੇ ਆਪਣੀ ਜਥੇਬੰਦੀ ਚੱਲ ਰਿਹਾ, ਪਰ ਜੋ ਪ੍ਰਸਥਿਤੀਆਂ ਬਣ ਰਹੀਆਂ ਸੀ ਉਹਦੇ 'ਚ ਕਿਉਂਕਿ ਲਗਭਗ ਜਿਹੜੀ ਮੂਵਮੈਂਟ ਸੀ ਕਿ ਹੁਣ ਦਿੱਲੀ ਸ਼ਿਫਟ ਹੁੰਦੀ ਦਿਖੀ ਹੈ। ਸਾਡੇ ਵਾਲੇ ਇੱਥੇ ਵੀ ਚੱਲਦੇ ਰਹਿਣੇ ਆ, ਸਾਡੇ ਕੋਲ ਬਹੁਤ ਕੱਢ ਰਿਹਾ। ਅੱਜ ਅਸੀਂ ਮਾਝੇ ਵਾਲਿਆਂ ਨੂੰ ਕਿਹਾ ਹੀ ਨਹੀਂ ਸੀ ਵੀ ਤੁਹਾਡੀ ਵਾਰੀ ਆ। ਮਾਝੇ ਵਾਲੇ ਤੁਸੀਂ ਵੇਖ ਲਓ ਵੀ ਗੁਰਦਾਸਪੁਰੀਆਂ ਦੀ ਵਾਰੀ 25 ਨੂੰ ਆ ਦਸੰਬਰ ਨੂੰ, ਸਾਡੀ ਅੰਮ੍ਰਿਤਸਰ ਦੀ 11 ਦਸੰਬਰ ਨੂੰ ਆ, ਪਰ ਲੋਕਾਂ ਨੇ ਕਿਹਾ ਵਲੰਟੀਅਰ ਅਸੀਂ ਜਾਣਾ ਚਾਹੁੰਦੇ ਹਾਂ ਮਾਲਵੇ ਨਾਲ। ਅਸੀਂ ਕਿਹਾ ਵਲੰਟਰੀ 1000 ਗੱਡੀਆਂ ਆ ਗਈਆਂ, ਜਦੋਂ ਉਹਨਾਂ ਦੀ ਵਾਰੀ ਹੋਊਗੀ ਉਧਰ ਕੀ ਬਣੂਗਾ। ਅਸੀਂ ਤਾਂ ਸਾਨੂੰ ਇਹ ਗੱਲ ਦਾ ਅਹਿਸਾਸ ਸੀ ਵੀ ਲੰਮਾ ਚੱਲਣਾ ਮੋਰਚਾ, ਕੇਂਦਰ ਸਰਕਾਰ ਨੇ ਅੜੀ ਕਰਨੀ ਆ, ਤੇ ਅਸੀਂ ਜਥੇ 20-25 ਦਿਨਾਂ ਬਾਅਦ ਤੋਰਨੇ ਆ। ਇਹ ਸਾਡਾ ਜੁੱਦਾ ਜਥਾ ਵੱਡਾ ਵਾ, ਉੱਦਾਂ 20-25 ਵਹੀਕਲ ਰੋਜ਼ ਚੱਲ ਜਾਂਦੇ ਆ, ਤੇ ਇਸ ਕਰਕੇ ਵੀ ਇੱਕ ਤਾਂ ਪਰਿਸਥਿਤੀਆਂ ਦਾ ਜਾਇਜ਼ਾ ਉੱਥੇ ਜਾ ਕੇ ਲਈਏ, ਸਾਰਿਆਂ ਨਾਲ ਗੱਲ ਕਰੀਏ, ਫਿਰ ਵੇਖੀਏ ਵੀ ਕੀ ਇੱਥੇ ਬਹਿ ਰਹਿਣਾ, ਹੋਰ ਤਿੱਖਾ ਕਰਨਾ, ਕੀ ਕਰਨਾ, ਉੱਥੇ ਜਾ ਕੇ ਪੋਜੀਸ਼ਨ ਵੱਧ ਕੇ ਲਈਏ। ਸੋ ਇਸ ਕਰਕੇ ਅਸੀਂ ਵੀ ਜਿਹੜਾ ਦੂਜਾ ਜਥਾ ਉਹਦੀ ਸਕੇਲ ਜ਼ਿਆਦਾ ਵੱਡੀ ਕਰਕੇ ਅਸੀਂ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਹਾਂ। ਪੰਦੇਰ ਸਾਹਿਬ, ਜਿਹੜੀ ਕੇਂਦਰ ਦੀ ਸਰਕਾਰ ਕੋਈ ਝੁਕੀ ਵੀ ਲੱਗਦੀ ਹੈ, ਜਿਹੜੀ ਕਹਿ ਰਹੀ ਹੈ ਅਸੀਂ ਜਿਹੜੇ ਨੇ ਉਹਨਾਂ ਵਿੱਚ ਸੋਧ ਕਰਨ ਲਈ ਤਿਆਰ ਆ, ਪਰ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਕਹਿੰਦੇ ਨੇ ਅਸੀਂ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਕਰਦੇ ਜਦ ਤੱਕ ਅਸੀਂ ਵਾਪਸ ਨਹੀਂ ਹੋਣਾ। ਕੀ ਲੱਗਦਾ ਤੁਹਾਨੂੰ ਵੀ ਸੋਧ ਹੋਣੀ ਚਾਹੀਦੀ ਹੈ ਜਾਂ ਫਿਰ ਕਾਨੂੰਨ ਹੀ ਰੱਦ ਹੋਣਗੇ ਜਦ ਤੱਕ ਅਸੀਂ ਵਾਪਸ ਤੁਸੀਂ ਨਹੀਂ ਹੈਗੇ? ਦੇਖੋ, ਸੋਧ ਜੇ ਸਾਡੇ ਲਈ ਫਾਇਦੇਮੰਦ ਹੁੰਦੀ, ਅਸੀਂ ਉਹਨਾਂ ਵਾਂਗ ਬਿਆਨ ਨਹੀਂ ਦਿੰਦੇ, ਅਸੀਂ ਪਿੱਛੇ ਨਹੀਂ ਹਟਾਂਗੇ। ਸਾਡੀ ਅਣਖ ਦਾ ਸਵਾਲ ਹੈ ਜਾਂ ਕੋਈ ਚੀਜ਼ ਆ, ਇਹ ਨਹੀਂ ਹੈ। ਅਸੀਂ ਕਹਿੰਦੇ ਆ ਵੀ 1 ਕਿਲੋ ਜ਼ਹਿਰ ਆ, ਤੁਸੀਂ ਕਹਿੰਦੇ ਹੋ ਵੀ ਯਾਰ ਠੀਕ ਆ ਅਸੀਂ ਜ਼ਹਿਰ ਜੀ ਤੁਹਾਨੂੰ ਅੱਧਾ ਕਿਲੋ ਦੇ ਰਹੇ ਆ, ਅੱਧਾ ਕਿਲੋ ਵੀ ਜ਼ਹਿਰ ਹੀ ਆ, ਪਾਈਆ ਵੀ ਜ਼ਹਿਰ ਹੀ ਆ, 100 ਗ੍ਰਾਮ ਹੀ। ਅਸੀਂ ਕਹਿੰਦੇ ਵੀ ਜਿਹੜੀ ਤੁਹਾਡੀ ਮੂਲ ਭਾਵਨਾ ਹੀ ਆ ਉਹਨਾਂ ਬਿੱਲਾਂ ਦੀ, ਉਹ ਸਾਫ਼ ਹੈ ਪੂੰਜੀਪਤੀਆਂ ਨੂੰ ਟਾਉਣ ਦੀ, ਤੇ ਅਸੀਂ ਕੌਮਾ ਬਿੰਦੀ ਵੀ ਇਸ ਕਾਨੂੰਨ ਦਾ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਸਾਡੀ ਅਨਸਰ ਦੀ ਲੋੜ ਹੈ। ਸਾਡੇ ਨਾਲ 24 ਘੰਟੇ ਡਿਸਕਸ ਹੋ ਗਈ, ਤੱਥਾਂ ਨਾਲ ਗੱਲ ਜਚਾਤੀ। ਸੋ ਹੁਣ ਜਿਹੜੀ ਗੱਲਬਾਤ ਹੈ ਉਹ ਕੇਂਦਰ ਦੇ ਪਾਲੇ 'ਚ ਆ। ਮੈਂ ਕਹਿੰਦਾ ਪ੍ਰਧਾਨ ਮੰਤਰੀ ਜੀ ਜਾਂ ਮੋਦੀ ਸਰਕਾਰ ਜਿੰਨਾ ਸਾਨੂੰ ਬਦਨਾਮ ਕਰਨ 'ਤੇ ਜ਼ੋਰ ਲਾ ਰਹੀ ਆ, ਸਾਨੂੰ ਫੁੱਟ ਪਾਉਣ 'ਤੇ ਜ਼ੋਰ ਲਾ ਰਹੀ ਆ, ਜੇ ਉਹ ਭਾਰਤ ਦੇ ਲੋਕਾਂ ਦੀ ਆਵਾਜ਼ ਸੁਣ ਕੇ ਉਹਨਾਂ ਦੀ ਆਵਾਜ਼ ਦੇ ਅਨੁਸਾਰ ਫੈਸਲਾ ਕਰਨ ਦੇ ਜ਼ਿਆਦਾ ਸਾਰਥਕ ਹੋਊਗਾ। ਪੰਦੇਰ ਸਾਹਿਬ, ਤੁਹਾਨੂੰ ਕੀ ਲੱਗਦਾ ਨਹੀਂ ਵੀ ਜਾਂ ਕਿਸਾਨਾਂ ਦੀ ਜਾਂ ਕੇਂਦਰ ਦੀ ਸਰਕਾਰ ਦਾ ਮੁੱਛ ਦਾ ਸਵਾਲ ਬਣ ਗਿਆ, ਜਿਹੜਾ ਉਹ ਵੀ ਕਹੀ ਜਾਂਦੇ ਅਸੀਂ ਕਾਨੂੰਨ ਨਹੀਂ ਰੱਦ ਕਰਨੇ, ਅਸੀਂ ਇਹਦੇ ਵਿੱਚੋਂ ਸਾਰਾ ਕੁਝ ਕੱਢ ਦਾਂਗੇ ਪਰ ਕਾਨੂੰਨ ਰੱਖਾਂਗੇ, ਕਿਸਾਨ ਕਹਿੰਦੇ ਨੇ ਕਾਨੂੰਨ ਹੀ ਅਸੀਂ ਵਾਪਸ ਲੈਣੇ। ਕੀ ਲੱਗਦਾ ਮੁੱਛ ਦਾ ਸਵਾਲ ਬਣ ਗਿਆ ਸੈਂਟਰ ਦੀ ਸਰਕਾਰ ਦਾ ਜਾਂ ਕਿਸਾਨਾਂ ਦਾ, ਕੀ ਕਹਾਂਗੇ? ਦੇਖੋ, ਅਸੀਂ ਨਹੀਂ ਕਹਿੰਦੇ ਸਾਡੀ ਮੁੱਛ ਦਾ ਸਵਾਲ ਹੈ, ਦਿੱਲੀ ਨੂੰ ਘੇਰਨਾ, ਰੇਲਾਂ ਜਾਮ ਕਰਨੀਆਂ ਅਣਖ ਦਾ ਸਵਾਲ ਨਹੀਂ। ਲੋਕਤੰਤਰ ਵਿੱਚ ਆਪਦੀ ਗੱਲ ਮਨਾਉਣ ਦਾ ਇੱਕ ਤਰੀਕੇਕਾਰ ਆ, ਪਰ ਕੇਂਦਰ ਬਣਾ ਰਹੀ ਹੈ ਸਵਾਲ। ਸਾਡੀ ਤਾਂ ਹੁਣ ਜਿਸ ਬਿੱਲ ਨੇ ਸਾਡੀ ਮੌਤ ਕਰ ਦੇਣੀ ਆ ਕਿਸਾਨੀ ਦੀ,
ਆਪਾਂ ਉਹਨੂੰ ਕਿਵੇਂ, ਸਾਡੇ ਕੋਲੇ ਮਰਦਾ ਕਿ ਕੀ ਨਹੀਂ ਕਰਦਾ, ਸਾਡੇ ਕੋਲੇ ਤਾਂ ਇਹੀ ਆਪਸ਼ਨ ਹੈ ਵੀ ਸੰਘਰਸ਼ ਕਰੀਏ। ਇਹਨੂੰ ਮੁਸ਼ਤ ਦਾ ਸਵਾਲ ਨਹੀਂ ਕਹਿ ਸਕਦੇ। ਮਰਦਾ ਫਿਰ ਕੀ ਨਹੀਂ ਕਰਦਾ, ਸਾਡੇ ਕੋਲੇ ਅੱਕ ਚੱਬਣ ਤੋਂ ਇਲਾਵਾ ਦੂਜਾ ਰਾਹ ਹੀ ਕੋਈ ਨਹੀਂਗਾ। ਅਸੀਂ ਦੂਜੇ ਰਾਹ ਦੇ ਤਰੀਕੇ ਨਾਲ ਮਨਾ ਲਈਏ। ਤਾਂ ਇਸ ਵੇਲੇ ਇਹ ਸੁਲੱਖਣੀ ਆ। ਚਲੋ ਮੋਦੀ ਸਾਹਿਬ ਨੂੰ ਇਸ ਗੱਲ ਦਾ ਫਾਇਦਾ ਵੀ ਸਾਨੂੰ ਸਮਾਜਿਕ ਤੌਰ ਤੇ ਇੱਕ ਪੰਜਾਬੀ ਹੋਣ ਦਾ ਮਾਣ ਦਿੱਤਾ ਉਹਨਾਂ। ਨਾ ਹਿੰਦੂ ਵਾਲੀ, ਨਾ ਸਿੱਖ ਵਾਲੀ, ਨਾ ਸਾਈ ਵਾਲੀ ਕੋ ਮੇਰ ਤੇ ਰਹੀ, ਨਾ ਜਾਤ ਪਾਤ ਵਾਲੀ। ਸਾਰਾ ਸਮਾਜ ਜਿਵੇਂ ਜਲਿਆਂਵਾਲੇ ਬਾਗ 'ਚ ਇਕੱਠਾ ਹੋ ਕੇ ਲੜਿਆ ਸੀ ਉਵੇਂ ਲੜ ਰਿਹਾ। ਦੇਸ਼ ਪੂਰਾ ਖੜ ਗਿਆ, ਹੁਣ ਪੂਰੀ ਦੁਨੀਆ ਖੜ ਗਈ। ਦੇਖ ਲੈਣ ਮੋਦੀ ਸਾਹਿਬ ਕਦੋਂ ਤੱਕ ਉਹਨਾਂ ਨੂੰ ਵਾਰਾ ਖਾਂਦਾ, ਕਦੋਂ ਤੱਕ ਉਹਨਾਂ ਨਹੀਂ ਮੰਨਣਾ। ਪੰਦੇਰ ਸਾਹਿਬ, ਕਈ ਉੱਥੇ ਜਥੇਬੰਦੀਆਂ ਤੋਂ ਬਿਨਾਂ ਕਈ ਜਿਹੜੇ ਆਮ ਜਾ ਕੇ ਲੋਕ, ਕੋਈ ਜਿਵੇਂ ਪਾਕਿਸਤਾਨ ਦੇ ਜਿੰਨਾ ਜਾਂ ਹੋਰਾਂ ਦੀਆਂ ਲੈ ਕੇ ਫੋਟੋਆਂ ਪ੍ਰੋਟੈਸਟ ਕਰ ਰਹੇ ਨੇ, ਖਾਲਿਸਤਾਨ ਵਾਲੀ ਮੂਵਮੈਂਟ ਦਾ ਦਿਖਾ ਰਹੇ ਨੇ, ਜਾਂ ਜਿਵੇਂ ਜੋਗਰਾਜ ਦੀ ਗੱਲ ਕੀਤੀ ਜਾਵੇ, ਉਹਨਾਂ ਨੇ ਕਹਿਤਾ ਜਿਹੜਾ ਹਿੰਦੁਸਤਾਨ ਦੀਆਂ ਜਿਹੜੀਆਂ ਹਿੰਦੂਆਂ ਦੀਆਂ ਧੀਆਂ ਸੀ ਉਹਨਾਂ ਦੀ ਰਾਖੀ ਕੀਤੀ, ਉਹਨਾਂ ਦੀਆਂ ਲੁੱਟ ਲੱਜ ਗਈ ਸੀ, ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਕੀ ਇਹ ਵਧੀਆ ਗੱਲ ਹੈ ਜਾਂ ਕੀ ਕਹਿਣਾ ਚਾਹੁੰਦੇ ਹੋ? ਮੈਂ ਵੇਖੋ ਕਿਸੇ ਤੇ ਕੋਈ ਕਮੈਂਟ ਨਹੀਂ ਕਰਦਾ। ਮੈਂ ਤੁਹਾਡੇ ਸਵਾਲ ਦਾ ਕਹਿੰਦਾ ਵੀ ਵੈਸੇ ਹੀ ਗੁਰੂ ਨਾਨਕ ਦਾ ਘਰ ਆ, ਗਰੀਬ ਦੀ ਰੱਖਿਆ ਕਰਨਾ ਉਹਦਾ ਕੰਮ ਸੀ। ਤੇ ਜੇ ਕੁਝ ਕੀਤਾ ਤੇ ਮਿਹਨਤ ਦੇਣੇ ਵਾਲੀ ਗੱਲ ਕੋਈ ਨਹੀਂ, ਗਾਹਾਂ ਵੀ ਕਰਾਂਗੇ। ਕੁਝ ਵੀ ਅਜਿਹਾ ਨਹੀਂ ਹੈਗਾ। ਕਿਸਾਨ ਅੰਦੋਲਨ ਕਿਸਾਨ ਮੰਗਾਂ ਤੇ ਡਿਪੈਂਡ ਕਰਦਾ ਵਾ। ਕੋਈ ਖੱਬੇ ਕੀ ਕਹਿੰਦਾ, ਸੱਜੇ ਕੀ ਕਹਿੰਦਾ, ਅਸੀਂ ਉੱਤੇ ਕੋਈ ਕਮੈਂਟ ਨਹੀਂ ਕਰਨਾ। ਅਸੀਂ ਤਾਂ ਖੇਤੀ ਦੇ ਬਿੱਲ ਰੱਦ ਕਰਾਉਣ ਤੇ ਫਸਲਾਂ ਦੇ ਸਾਰੇ ਜਿਹੜੇ ਸਾਰੀਆਂ ਫਸਲਾਂ ਵਾ ਉਹਨਾਂ ਦੇ ਭਾਅ ਦਾ ਕਾਨੂੰਨ ਬਣਾਉਣ ਵਾਲੀ ਗੱਲ ਤੇ ਸਾਫ਼-ਸਾਫ਼ ਕਲੀਅਰ ਕੱਟ ਆ ਸਾਡੇ। ਜੇ ਸਰਕਾਰ ਬਿੱਲ ਵਾਪਸ ਨਹੀਂ ਲੈਂਦੀ ਹੈਗੀ, ਨਹੀਂ ਚੁੱਕਦੀ, ਤਾਂ ਉਦੋਂ ਬੜਾ ਕਦਮ ਕੀ ਹੋਊਗਾ? ਜਿਵੇਂ ਕਿ ਅਗਰਾਹ ਵਾਲੇ ਕਹਿੰਦੇ ਨੇ, ਅਗਰਾਹ ਦੇ ਆਲੇ ਵੀ ਉਦੋਂ ਰੌਲਾ ਪੈ ਗਿਆ ਸੀ ਵੀ ਸਾਨੂੰ ਨਹੀਂ ਪੁੱਛਿਆ, ਇਹ ਚੱਲੇ ਨੇ ਯੂਨੀਅਨ ਦਾ ਥੋੜੀ ਜਿਹੀ ਪੁੱਠ ਵਾਲਾ ਦੇਖਣ ਵਾਲਾ ਮਿਲਿਆ ਵੀ ਇਹ ਆਪੇ ਚਲੇ ਗਏ, ਸਾਨੂੰ ਪੁੱਛੇ ਤੋਂ ਬਿਨਾਂ। ਉਹਦੇ ਬਾਰੇ ਤੁਸੀਂ ਕਹਿੰਗੇ ਯੂਨੀਅਨਾਂ ਦੇ ਵਿੱਚ ਇਹ ਫੁੱਟ ਪਾਉਣ ਲਈ ਰਾਜਨੀਤੀ ਭਾਜਪਾ ਸਰਕਾਰ ਕਰ ਰਹੀ ਹੈ ਜਾਂ ਫਿਰ ਕੀ ਲੱਗਦਾ ਤੁਹਾਨੂੰ? ਨਹੀਂ ਦੇਖੋ, ਭਾਜਪਾ ਸਰਕਾਰ ਫੁੱਟ ਪਾਉਣੀ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲਾ ਪੂਰਾ ਜ਼ੋਰ ਲਾ ਰਹੀ ਆ, ਇਹ ਲੱਗਿਆ ਹੋਇਆ। ਸੋ ਆਪਣੇ ਤੌਰ ਤੇ ਜਥੇਬੰਦੀਆਂ ਇਹੋ ਜਿਹੇ ਮਖੌਟੇ ਖੜੇ ਕਰਕੇ ਦਾਅਵੇ ਕਰਨਗੇ ਵੀ ਕਾਨੂੰਨ ਬਹੁਤ ਵਧੀਆ ਜੀ, ਬਹੁਤ ਕੁਝ ਮੰਨਿਆ ਗਿਆ, ਹੁਣ ਤਾਂ ਕੁਝ ਚਾਹੀਦਾ ਨਹੀਂ ਹੈਗਾ। ਪਰ ਇਹ ਸਰਕਾਰਾਂ ਦੇ ਅਮਲ ਅੱਜ ਤੋਂ ਨਹੀਂ, ਬਹੁਤ ਪਹਿਲੇ ਚਿਰ ਤੋਂ ਹੁੰਦੇ ਆ। ਸੋ ਇਹ ਕਰਦੀਆਂ ਹੁੰਦੀਆਂ। ਮੈਨੂੰ ਨਹੀਂ ਲੱਗਦਾ ਕੋਈ ਫੁੱਟਿਆ। ਮੈਂ ਆਪਣੀ ਗੱਲ ਕਰਦਾ ਕਿਸੇ ਦੀ। ਅਸੀਂ ਕਹੀਏ ਵੀ ਜਿਸ ਗੱਲ ਤੇ ਅਸੀਂ ਲੜ ਰਹੇ ਹਾਂ ਵੀ ਅਸੀਂ ਖੇਤੀ ਕਾਨੂੰਨ ਵਾਪਸ ਤੇ ਨਹੀਂ ਲੜਨਾ, ਸੋਧਾਂ ਕਰਾਉਣੀਆਂ, ਮੈਨੂੰ ਨਹੀਂ ਲੱਗਦਾ ਜਨ ਸਾਨੂੰ ਕਿਸਾਨ ਦਾ ਆਗੂ ਤੋਂ ਛੱਡਣਾ ਪਊਗਾ। ਕਿਉਂਕਿ ਜਿਹੜੀ ਗੱਲ ਅਸੀਂ ਨਿਭਾ ਰਹੀ ਆ ਉਹ ਸਹੀ ਆ ਤੇ ਸੱਚ ਇਹ ਨਹੀਂ ਹੋਊਗਾ। ਪੰਜਾਬ ਯੂਪੀ ਵਾਲੇ, ਪੰਜਾਬ ਤੇ ਹਰਿਆਣੇ ਵਾਲਾ ਕੋਈ ਵੀ ਆਗੂ ਮੰਨੂਗਾ ਉਹ ਪੰਜਾਬ ਨਹੀਂ ਆਉਂਦਾ ਨਾ ਹਰਿਆਣੇ ਆਉਂਦਾ। ਯੂਪੀ ਨੂੰ ਚਲਿਆ ਜਾਵੇ ਤੇ ਫਿਰ ਨਹੀਂ ਮੈਂ ਕਹਿ ਸਕਦਾ। ਸੋ ਸਾਫ਼ ਲੱਗਦਾ ਵੀ ਜਿਹੜੇ ਮਸਲੇ ਤੇ ਖੜੇ ਆ, ਕੱਲ ਵੀ ਖੜਾਂਗੇ। ਉਹਦੇ ਲਈ ਜਿਹੜੀ ਮਰਜ਼ੀ ਕੁਰਬਾਨੀ ਕਰਨੀ ਪਏ, ਜਿੰਨਾ ਮਰਜ਼ੀ ਲੰਮਾ ਲੜਨਾ ਪਏ। ਜੇ ਸਰਕਾਰ ਨਹੀਂ ਚੁੱਕਦੀ ਤਾਂ ਅਗਲਾ ਜਿਹੜਾ ਸੰਘਰਸ਼ ਆ ਤੁਹਾਡੇ ਵੱਲੋਂ ਕਿਹੋ ਜਿਹਾ ਸੰਘਰਸ਼ ਹੋਊਗਾ? ਕੀ ਲਿਖੇਂਗੇ ਉਹਦੇ ਵਿੱਚ ਤੁਸੀਂ? ਦੇਖੋ, ਇਹ ਤਾਂ ਉੱਥੇ ਜਾ ਕੇ ਸਥਿਤੀਆਂ ਨੂੰ ਜਾਇਜ਼ਾ ਲੈ ਕੇ ਪਤਾ ਲੱਗੂ। ਹਜੇ ਅਸੀਂ ਜਾ ਰਹੇ ਹਾਂ, ਵੇਖਾਂਗੇ। ਬਹੁਤ ਕੁਝ ਕਰਨ ਵਾਲਾ ਬਾਕੀ ਆ, ਕਰਾਂਗੇ। ਜਿਹੜਾ ਤੁਸੀਂ ਦਿੱਲੀ ਦਾ ਕੂਚ ਕਰਿਆ, ਤੁਹਾਡੇ ਨਾਲ ਜਿਹੜੀ ਲੱਖਾਂ ਦੇ ਤਾਦਾਦ ਦੇ ਵਿੱਚ ਗਿਣਤੀ ਦੇ ਵਿੱਚ ਕਿਸਾਨ ਚੱਲੇ ਨੇ, ਤੁਸੀਂ ਦੱਸ ਰਹੇ ਹੋ ਜਿਵੇਂ ਕਿ 1000 ਟਰਾਲੀ ਦੀ ਕਰੀ ਸੀ, ਉਦੋਂ ਬਾਅਦ ਜਿਹੜਾ ਕਾਫਲਾ ਵੱਧਦਾ ਜਾ ਰਿਹਾ ਉਹ ਹਜ਼ਾਰਾਂ ਤੋਂ ਕਈ ਹਜ਼ਾਰਾਂ ਬਣ ਜਾ ਰਿਹਾ। ਉਹਦੇ ਬਾਰੇ ਤੁਸੀਂ ਕੀ ਕਹਾਂਗੇ? ਉਹ ਵੀ ਕਿਸਾਨਾਂ ਦੇ ਵਿੱਚ ਕਿਹੋ ਜਿਹਾ ਜੋਸ਼ ਭਰਿਆ ਹੋਇਆ ਜਿਹੜਾ ਉੱਥੇ ਜਾ ਰਹੇ ਨੇ? ਆ ਦੇਖੋ, ਇਹ ਤਾਂ ਮੈਨੂੰ ਲੱਗਦਾ ਵੀ ਸਾਡੀਆਂ ਕਿਆਸ ਹਸਾਈਆਂ ਤੋਂ ਵੀ ਗਾਂਹ ਜਾ ਰਿਹਾ। ਅਸੀਂ ਜਿਹੜੀ ਆਪਦੀ ਗਿਣਤੀ ਮਿੰਤੀ ਉਹ ਸਾਰੀ ਟੁੱਟ ਗਈ ਸਾਡੀ। 100 ਗੱਡੀ ਵੈਸੇ ਗਾਂਹ ਚਲੀ ਗਈ ਝੰਡੇ ਲਾ ਕੇ। ਆ ਹੁਣ ਇਕੱਠਾ ਕਰ ਰਹੇ ਆ, ਹੁਣ ਬੰਦੇ ਫਗਵਾੜੇ ਲਾ ਕੇ ਤੁਰੇ ਫਿਰਦੇ ਆ ਪਿਛਲੀਆਂ ਟਰਾਲੀਆਂ ਵਾਲੇ। ਸੋ ਸਾਨੂੰ ਵੀ ਇਹ ਉਮੀਦ ਨਹੀਂ ਸੀ ਵੀ ਇੰਨੀ ਹੋ ਜੂ। ਅਸੀਂ ਹਜ਼ਾਰਾਂ ਦੇ ਤੇ ਮਿੱਤਰੇ ਸੀ, ਹੁਣ 2000 ਤੋਂ ਵੀ ਟੱਪ ਜੂਗਾ। ਮਤਲਬ ਅਸੀਂ 50,000 ਕਿਹਾ, ਉਹ ਲੱਖਾਂ ਤੇ ਚਲੇ ਜਾਣਗੇ। ਸਾਡੀ ਤੋਂ ਇਹ ਇੰਨਾ ਕੁ ਜ਼ਿਆਦਾ ਜਿੰਨੀ ਕੇਂਦਰ ਸਰਕਾਰ ਕਰ ਰਹੀ ਆ, ਲੋਕਾਂ ਦੇ ਵਿੱਚ ਰੋਸ ਵੀ ਵੱਧ ਰਿਹਾ ਤੇ ਲੋਕਾਂ ਦੇ ਵਿੱਚ ਰੋਹ ਵੀ ਵੱਧ ਰਿਹਾ। ਪੰਦੇਰ ਸਾਹਿਬ, ਜੇ ਕੇਂਦਰ ਸਰਕਾਰ ਨਹੀਂ ਚੁੱਕਦੀ ਤਾਂ ਅਗਲਾ ਕਦਮ ਜਿਹੜਾ ਹੋਊਗਾ ਕੀ ਹੋਊਗਾ ਕਿਸਾਨਾਂ ਦਾ? ਕਿਵੇਂ ਜਿਹਾ ਤੁਸੀਂ ਦੇਖਦੇ ਹੋ ਇਹਨਾਂ ਨਾਲ ਕਿਵੇਂ ਦਾ ਸਲੀਕ ਹੋਣਾ ਚਾਹੀਦਾ ਹੈਗਾ? ਦੇਖੋ, ਮੈਂ ਕਹਿੰਦਾ ਵੇਖੋ, ਇਹ ਪਰਿਸਥਿਤੀਆਂ ਨੂੰ ਪਤਾ ਕਰਕੇ ਲੱਗੂਗਾ ਕੀ ਹੋਊਗਾ। ਉਵੇਂ ਕਿਵੇਂ ਗੱਲ ਕਰ ਸਕਦੇ, ਜਾ ਕੇ ਹੋਊਗਾ। ਨਹੀਂ, ਤੁਸੀਂ ਕੀ ਚਾਹੁੰਦੇ ਹੋ ਵੀ ਕੀ ਹੋਣਾ ਚਾਹੀਦਾ? ਕਾਨੂੰਨ ਕਿੱਥੇ ਜਾ ਰਹੇ ਪੰਦੇਰ ਸਾਹਿਬ, ਕਾਨੂੰਨ ਜਿਹੜੇ ਰੱਦ ਹੋਣੇ ਚਾਹੀਦੇ ਨੇ ਜਾਂ ਫਿਰ ਅਮੈਂਡਮੈਂਟ ਨਾਲ ਸਰ ਸਕਦਾ? ਕਿਵੇਂ ਚਾਹੁੰਦੇ ਹੋ ਤੁਸੀਂ? ਕਾਨੂੰਨ ਅਮੈਂਡਮੈਂਟ ਵਾਲੀ ਗੱਲ ਟੋਟਲ ਰੱਦ ਆ, ਕਾਨੂੰਨ ਰੱਦ ਕਰਾਵਾਂਗੇ, ਉਹਦੇ ਥੱਲੇ ਕੁਝ। ਅਸੀਂ ਪੰਦੇਰ ਸਾਹਿਬ ਨਾਲ ਗੱਲਬਾਤ ਕੀਤੀ ਜੋ ਕਿ ਮਾਝੇ ਦੇ ਜਰਨੈਲ ਹਨ। ਕਿਸਾਨਾਂ ਨੂੰ ਨਾਲ ਲੈ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਦਿੱਲੀ ਪਹੁੰਚ ਰਹੇ ਹਨ। ਤਾਂ ਉਹਨਾਂ ਦਾ ਕਹਿਣਾ ਹੈ ਅਸੀਂ ਜਦ ਤੱਕ ਵਾਪਸ ਨਹੀਂ ਆਵਾਂਗੇ, ਜਦ ਤੱਕ ਸਰਕਾਰ ਕਾਨੂੰਨ ਵਾਪਸ ਲੈਂਦੀ। ਅਮੈਂਡਮੈਂਟ ਦੀ ਤਾਂ ਗੱਲਾਂ ਹੀ ਵੱਖਰੀਆਂ ਨੇ। ਉਹਨਾਂ ਨੇ ਦੱਸਿਆ ਕਿ ਪਹਿਲਾਂ 1000 ਦੇ ਕਰੀਬ ਜਿਹੜੀ ਗਿਣਤੀ ਦੇ ਟਰਾਲੀਆਂ ਦਾ ਗੱਲ ਸੀ, ਪਰ ਹੁਣ ਕਈ ਹਜ਼ਾਰਾਂ ਗਿਣਤੀ ਬਣ ਗਈ ਹੈ। 50,000 ਗਿਣਤੀ ਅਸੀਂ ਕਹਿ ਰਹੇ ਸੀ, ਪਰ ਹੁਣ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਕਿਸਾਨ ਮਾਝੇ ਤੋਂ ਧਰਤੀ ਤੋਂ ਜਾ ਕੇ ਦਿੱਲੀ ਪਹੁੰਚੇਗਾ। ਹੁਣ ਦੇਖਣਾ ਹੋਵੇਗਾ ਮੋਦੀ ਸਰਕਾਰ ਚੁੱਕਦੀ ਹੈ ਜਾਂ ਨਹੀਂ ਚੁੱਕਦੀ ਹੈ। ਖੰਨਾ ਤੋਂ ਵਿਪਨ ਭਾਰਦਵਾਜ, ਜਗਬਾਣੀ ਟੀਵੀ।